स्टार्ट करते हैं जी। एग्जिस्टेंशियल एलिमेंट ऑफ द स्टेट और द करैक्टरिस्टिक्स ऑफ द स्टेट। ठीक है, मतलब क्वेश्चन ਤੁਹਾਨੂੰ ਕਿਸੇ ਵੀ ਤਰ੍ਹਾਂ ਆ ਸਕਦਾ ਹੈਗਾ ਵਾ, ਤੁਸੀਂ ਲਿਖਣਾ ਹੈਗਾ ਵਾ ਜਿਹੜੀ ਅਸੀਂ ਚਾਰ ਕਰੈਕਟਰਿਸਟਿਕਸ ਕਰਨੀਆਂ, ਯਾਨੀ ਕਿ 4 ਕਰੈਕਟਰਿਸਟਿਕਸ ਕਰਨੀਆਂ ਸਟੇਟ ਦੇ ਕਿ ਇੱਕ ਸਟੇਟ ਕਿਸ ਤਰੀਕੇ ਦੇ ਨਾਲ ਬੰਦੀ ਹੈਗੀ ਆ ਤੇ ਉਸ ਨੂੰ ਇਹ ਚੀਜ਼ਾਂ ਬੋਲੀਆਂ ਜਾਂਦੀਆਂ ਨੇ, ਪੋਪੂਲੇਸ਼ਨ, ਫਿਕਸ ਟੈਰੀਟਰੀ, ਗਵਰਨਮੈਂਟ ਐਂਡ ਸੋਵਰੈਨਿਟੀ। ਠੀਕ ਹੈ, ਤੇ ਹੋਰ ਵੀ ਬਹੁਤ ਸਾਰੇ ਲੋਕ ਨਾ ਇਹਨਾਂ ਨੂੰ ਡਿਫਰੈਂਟ ਲੈਂਗੁਏਜ ਦੇ ਵਿੱਚ ਬੋਲ ਦਿੰਦੇ ਆ। ਕੋਈ ਬੋਲ ਦਿੰਦਾ ਹੈ ਪਰਸਨਲ ਐਲੀਮੈਂਟ। ਪਰਸਨਲ ਐਲੀਮੈਂਟ ਦਾ ਮਤਲਬ ਵੀ ਸੇਮ ਹੀ ਹੈ, ਪੋਪੂਲੇਸ਼ਨ ਹੀ ਹੈ। ਠੀਕ ਹੈ, ਕੋਈ ਇਸ ਨੂੰ ਬੋਲ ਦਿੰਦਾ ਹੈ ਫਿਜ਼ੀਕਲੀ ਐਲੀਮੈਂਟਸ, ਯਾਨੀ ਕਿ ਭੌਤਿਕ ਤੱਤ, ਮਤਲਬ ਇਹਦਾ ਫਿਕਸ ਟੈਰੀਟਰੀ ਹੋਈ ਹੈ। ਕੋਈ ਬੋਲ ਦਿੰਦਾ ਹੈ ਪੋਲੀਟੀਕਲ ਐਲੀਮੈਂਟ, ਮਤਲਬ ਇਹਦਾ ਗਵਰਨਮੈਂਟ ਹੀ ਹੈ। ਕੋਈ ਬੋਲ ਦਿੰਦਾ ਹੈ ਸਪਿਰਿਚੁਅਲ ਐਲੀਮੈਂਟਸ, ਮਤਲਬ ਇਹਦਾ ਪ੍ਰਭੂ ਸੱਤਾ ਹੀ ਹੈ। मतलब नाम वखरे वखरे कर देते ने, मतलब ते नेम सब दा इक्को जिहा ही है। ठीक है, तो पहले नंबर ते ਅਸੀਂ ਆਨੇ ਆ ਪੋਪੂਲੇਸ਼ਨ ਦੇ ਉੱਤੇ। ਠੀਕ ਹੈ, ਕਹਿੰਦੇ ਗਵਰਨਮੈਂਟ ਨੂੰ ਬਣਾਉਣ ਦੇ ਲਈ, ਸੌਰੀ ਸਟੇਟ ਨੂੰ ਬਣਾਉਣ ਦੇ ਲਈ ਜੋ ਇੱਕ ਇੰਪੋਰਟੈਂਟ ਐਲੀਮੈਂਟ ਹੈ ਉਹ ਹੈਗਾ ਸਾਡਾ ਪੋਪੂਲੇਸ਼ਨ। ਕਹਿੰਦੇ ਪੋਪੂਲੇਸ਼ਨ ਜਿਹੜੀ ਹੈਗੀ ਆ, ਜ਼ਰੂਰੀ ਨਹੀਂ ਹੁੰਦਾ ਕਿ ਪੋਪੂਲੇਸ਼ਨ ਜਿਹੜੀ ਹੈਗੀ ਆ मतलब ज्यादा या घट होवे, पॉपुलेशन तो पॉपुलेशन ही है। ठीक है, डॉक्टर गार्नर ने भी बहुत अच्छी एक एग्जांपल दी है कि the physically elements of the population in a manifestly as a absolute necessary to the existence of the state is an important to conceive of state without people। कहंदे कि राज दी होंद लई जनसंख्या भौतिक रूप विच जरूरी है। मतलब जे तुसी कहने हो कि स्टेट बने तो ਉਹਦੇ ਲਈ ਲੋਕਾਂ ਦਾ ਹੋਣਾ ਜ਼ਰੂਰੀ ਹੈ। ਠੀਕ ਹੈ, ਜਨਸੰਖਿਆ ਦੀ ਅਣਹੋਂਦ ਵਿੱਚ ਮਤਲਬ ਕਿ ਪੋਪੂਲੇਸ਼ਨ ਤੋਂ ਬਿਨਾ ਤੁਸੀਂ ਸਟੇਟ ਨੂੰ ਇਮੇਜਿਨ ਨਹੀਂ ਕਰ ਪਾਓਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਸਟੇਟ ਬਾਰੇ ਇੰਨੀ ਚੀਜ਼ ਲਿਖਣੀ ਹੈ ਕਿ ਸਟੇਟ ਇੱਕ ਇੰਪੋਰਟੈਂਟ ਐਲੀਮੈਂਟ ਹੈ। ਨੈਕਸਟ ਤੁਸੀਂ ਡਾਕਟਰ ਗਾਰਨਰ ਦੀ ਇੱਕ ਐਗਜ਼ਾਮਪਲ ਨੂੰ ਐਕਸਪਲੇਨ ਕਰ ਦੇਣਾ ਹੈ ਕਿ ਵਿਦਆਊਟ ਸਟੇਟ ਯੂ ਕੈਨ ਨਾਟ ਇਮੇਜਿਨ, without population you cannot imagine the state। ठीक है, ਤੁਸੀਂ state ਨੂੰ imagine ਨਹੀਂ ਕਰ ਸਕਦੇ। ਉਸ ਤੋਂ ਬਾਅਦ size of population, ਦੇਖੋ ਵੀ size of population ਇਹ ਤਾਂ ਮਤਲਬ ਬੇਸਿਕ ਜੀ ਚੀਜ਼ ਹੈ ਕਿ population ਜ਼ਿਆਦਾ ਹੋਵੇ ਤਾਂ ਵੀ population ਹੀ ਬੋਲਾਂਗੇ, ਘੱਟ ਹੋਵੇ ਤਾਂ ਵੀ population ਹੀ ਬੋਲਾਂਗੇ। ਠੀਕ ਹੈ, more less or the numerous। ਠੀਕ ਹੈ, ਮਤਲਬ ਬਹੁਤੇ, ਥੋੜੇ ਤੇ ਅਣਗਿਣਤ ਸਭ ਨੂੰ ਹੀ population ਬੋਲਿਆ ਜਾਂਦਾ ਹੈ। ਕਹਿੰਦੇ ਪਰ ਇਹਦਾ ਮਤਲਬ ਇਹ ਨਹੀਂ ਲੈਣਾ ਚਾਹੀਦਾ ਕਿ ਵੀਕ ਪਰਸਨ ਹੈਗੇ ਨੇ, ਯਾਨੀ ਕਿ 20 ਪਰਸਨ ਨੇ ਜਾਂ 2-3 ਫੈਮਲੀਜ਼ ਹੈਗੀਆਂ ਨੇ ਉਹ ਸਟੇਟ ਨੇ, ਨਥਿੰਗ। ਠੀਕ ਹੈ, ਇਵਨ ਕਿ ਸਾਡੇ ਕੁਝ ਰਾਈਟਰ ਨੇ, ਹੁਣ ਯਾਦ ਰੱਖਣਾ ਹੈ ਤੇ ਸ਼ਾਇਦ ਇਹ ਰਾਈਟਰ ਮੈਂ ਤੁਹਾਡੇ ਕੋਲ ਪੁੱਛਾਂ ਵੀ। ਇੱਕ ਰਾਈਟਰ ਹੈ ਪਲੇਟੋ। ਪਲੇਟੋ ਕਹਿੰਦਾ ਹੈ ਕਿ 5040 ਜਿੱਥੇ ਮਤਲਬ ਇਸ ਤਰ੍ਹਾਂ ਦੇ ਕੁਝ ਲੋਕ ਹੈਗੇ ਨੇ ਜਿੱਥੇ ਮਤਲਬ ਇਹਨਾਂ ਦੀ ਸੰਖਿਆ 5040 ਹੈਗੀ ਆ, ਕਹਿੰਦੇ ਅਸੀਂ ਦੇਖਾਂਗੇ ਉਹਨੂੰ ਕੀ ਬੋਲਿਆ ਜਾਂਦਾ ਹੈ, ਪੋਪੂਲੇਸ਼ਨ। ਉਸ ਤੋਂ ਬਾਅਦ ਐਰਿਸਟੋਟਲ ਆ ਜਾਂਦਾ ਵਾ। ਐਰਿਸਟੋਟਲ ਕਹਿੰਦਾ ਕਿ ਨਹੀਂ, ਮੈਨੂੰ ਨਹੀਂ ਪਤਾ ਕਿ ਪੋਪੂਲੇਸ਼ਨ ਫਿਕਸਡ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਜੋ ਸਾਡਾ ਇੱਕ ਪਰਸਨ ਆ ਜਾਂਦਾ ਹੈਗਾ ਵਾ ਰੂਸੋ ਇਹ ਚੀਜ਼ ਬੋਲਦਾ ਹੈਗਾ ਵਾ, ਕਹਿੰਦੇ ਕਿ ਜਿੱਥੇ 10,000, ਠੀਕ ਹੈ, ਜਿੱਥੇ ਮਤਲਬ 10,000 ਦੇ ਕਰੀਬ ਜਿਹੜੀ ਹੈਗੀ ਪੋਪੂਲੇਸ਼ਨ ਹੈਗੀ ਆ, ਦੈਨ ਉਸਨੂੰ ਅਸੀਂ ਪੋਪੂਲੇਸ਼ਨ ਬੋਲਾਂਗੇ। ਠੀਕ ਹੈ, ਸੋ ਇਹਦਾ ਮਤਲਬ ਹੈ ਕਿ ਡਿਫਰੈਂਟ ਰਾਈਟਰ ਆਪਣੇ ਡਿਫਰੈਂਟ ਪੁਆਇੰਟ ਆਫ ਵਿਊ ਦਿੰਦੇ ਆ। ਪਲੇਟੋ ਕਹਿ ਰਿਹਾ ਹੈ 5040 ਜਿੱਥੇ ਲੋਕ ਹੋਣਗੇ ਅਸੀਂ ਉਹਨੂੰ ਕੀ ਬੋਲਾਂਗੇ, ਸਟੇਟ। ਐਰਿਸਟੋਟਲ ਕਹਿ ਰਿਹਾ ਹੈ ਕਿ ਨਹੀਂ, ਮੈਨੂੰ ਨਹੀਂ ਲੱਗਦਾ ਕਿ ਪੋਪੂਲੇਸ਼ਨ ਨੂੰ ਫਿਕਸਡ ਕਰਨਾ ਚਾਹੀਦਾ ਵਾ, ਪੋਪੂਲੇਸ਼ਨ ਤਾਂ ਪੋਪੂਲੇਸ਼ਨ ਹੈ। ਠੀਕ ਹੈ, तो उस तो बाद रूसो जो है वो कहता है कि 10,000 जिथे, ठीक है, कि 10,000 जिथे लोग ने उत्थों दे लोकां नूं असीं पॉपुलेशन बोलांगे। ठीक है, सो बट असी ये कहना वा कि मैटर नहीं करता। थर्ड पॉइंट असी ये कंसीडर करांगे कि मैटर नहीं करता पॉपुलेशन ज्यादा है कि पॉपुलेशन घट है, पॉपुलेशन तो पॉपुलेशन ही है। कहंदे कि एग्जांपल दे तौर ते चाइना दे विच कहंदे कि जनसंख्या काफी ज्यादा है, 130 करोड़ दे लगभग जनसंख्या, इस तो ज्यादा ही होएगी। ते कहंदे भारत यानी कि इंडिया दे विच 121 करोड़ है। ठीक है, इस तो ज्यादा ही हो गई होगी हुण, क्योंकि लॉकडाउन दे विच तो पॉपुलेशन बहुत ज्यादा क्रिएट हुई है। तो अमेरिका दे विच कहंदे 20 करोड़ 33 लाख। ठीक है, तो 29 करोड़ 33 लाख
पॉपुलेशन है, तो कहते कि मैटर नहीं करता पॉपुलेशन ज्यादा है कि घट है, पॉपुलेशन तो पॉपुलेशन ही है। ठीक है, तो कहते कि स्टेट ਨੂੰ ਬਣਾਉਣ ਦੇ ਲਈ ਪੋਪੂਲੇਸ਼ਨ ਦੀ ਜ਼ਰੂਰਤ ਹੈ। ਠੀਕ ਹੈ, बट जनसंख्या घट है या ਵੱਧ ਹੈਗਾ ਕਹਿੰਦੇ मैटर नहीं करता हैगा। ਕਹਿੰਦੇ ਈਵਨ ਕਿ ਸਾਡਾ रूस ਜਿਹੜਾ ਸਾਡਾ ਹੈਗਾ रूस ਤੇ ਸਾਡੇ ਪ੍ਰੈਜ਼ੀਡੈਂਟ ਸੀਗੇ ਵਲਾਦਮੀਰ ਪਰਸਨ ਦਾ ਨਾਮ ਹੈ ਵਲਾਦਮੀਰ ਪੁਤਿਨ, ਵੈਸੇ ਤਾਂ ਸਭ ਨੂੰ ਪੁਤਿਨ ਹੀ ਬੋਲ ਦਿੰਦੇ ਨੇ, ਸੋ ਪੁਤਿਨ ਦੇ ਨਾਮ ਤੋਂ ਯਾਦ ਰੱਖਣਾ। उसने यह चीज बोली सीगी क्योंकि रूस ਦੇ ਵਿੱਚ ਪੋਪੂਲੇਸ਼ਨ ਬਹੁਤ ਘੱਟ ਸੀਗੀ, ਸੋ ਉਸਨੇ ਬੋਲਿਆ ਸੀ ਜਿਹੜੀ ਮਦਰ ਜ਼ਿਆਦਾ ਬੇਬੀ ਬੌਰਨ ਕਰੇਗੀ, मतलब ਜਿਹੜੀ ਮਦਰ ਜ਼ਿਆਦਾ ਬੱਚੇ ਪੈਦਾ ਕਰੇਗੀ ਉਸਨੂੰ ਕਹਿੰਦੇ ਹੀਰੋਇਨ ਮਦਰ ਦਾ ਜਿਹੜਾ ਹੈਗਾ ਅਵਾਰਡ ਦਿੱਤਾ ਜਾਏਗਾ। ਹੁਣ ਤੁਸੀਂ ਆਪਣੇ ਆਪ ਹੀ ਸੋਚ ਲਓ ਕਿ ਜਨਸੰਖਿਆ ਜਿਹੜੀ ਹੈਗੀ ਆ ਘੱਟ ਹੈ ਜਾਂ ਵੱਧ ਹੈ, ਇਹ ਚੀਜ਼ਾਂ ਨਹੀਂ ਮੈਟਰ ਕਰਦੀਆਂ, ਜਸਟ ਸਾਨੂੰ ਸਟੇਟ ਦੇ ਲਈ ਪੋਪੂਲੇਸ਼ਨ ਚਾਹੀਦੀ ਹੈ ਤੇ ਪੋਪੂਲੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਸਟੇਟ ਨੂੰ ਬਣਾਉਣ ਦੇ ਲਈ ਅਸੀਂ ਫਿਕਸਡ ਨਹੀਂ ਕਰ ਸਕਦੇ, ਹੈ ਨਾ। तो उस तो बाद है रिस्पॉन्सिबल पॉपुलेशन, कहते उचित पॉपुलेशन मतलब जनसंख्या ना रिस्पॉन्सिबल होनी चाहिए है। हुन जनसंख्या यानी कि पॉपुलेशन रिस्पॉन्सिबल किद्दां होनी चाहिए है, वो इस तरीके ना कहते पॉपुलेशन इन्नी ज्यादा नहीं होनी चाहिए कि खान वाला मटीरियल तुहाडे देश दे विच घट रह जावे, ते पॉपुलेशन इन्नी भी ज्यादा घट नहीं होनी चाहिए कि मटीरियल तुहाडे कोल बहुत ज्यादा है। ठीक है, सो जस्ट तुसी एक रिस्पॉन्सिबल पॉपुलेशन जिथे लिखिया होया वा उत्थे जस्ट तुसी इन्ना की देना वा कि पॉपुलेशन इन्नी ज्यादा नहीं होनी चाहिए कि जो तुहाडे खान पीन दा मटीरियल हैगा, जो तुहाडी डाइट हैगी वो घट रह जाए, ते इन्नी घट भी नहीं होनी चाहिए कि तुहाडे कोल मटीरियल बहुत ज्यादा है। ठीक है, उस तो बाद हैगा कंपोजिशन ऑफ पॉपुलेशन, कहंदे बहुत सारे राइटर जिहड़े हैगे ने वो ये भी कहंदे हैगे ने कि पॉपुलेशन इतना बननी चाहिए हैगी या कंपोजिशन समझते हो, जिस तरह कह लो कि एक कैटेगरी दे लोग जिदा हिंदी बोलन वालियां दी अलग स्टेट बना दो, पंजाबियां दी अलग बना दो, जेड़े लोग दे सांझे जेड़े रीति रिवाज हैगे ने कन्वेंशनस हैगियां उन्हां दी अलग बना दो, जेड़े लोग किसी होर धर्म नूं बिलोंग करदे ने उन्हां दी अलग पॉपुलेशन जेड़ी हैगी आ बना दो, सॉरी उन्हां लई अलग स्टेट बना दो। कहंदे इस तरह दी जेड़ी हैगी आ कंपोजिशन होनी चाहिए है। याद रखना तुसी जो पॉपुलेशन लिखोगे ना सिर्फ इन्ना लिख के नहीं सार देना कि हाँ पॉपुलेशन होनी चाहिए है, दैट इज इंपॉर्टेंट फॉर द एसेंशियल एलिमेंट ऑफ द स्टेट, नथिंग लाइक दैट। इस तरह का नहीं कुछ भी लिखना, सब एक्सप्लेन करना है कि साइज कितना होना चाहिए है, केड़े राइटर के अकॉर्डिंग कितना साइज है। ठीक है, किथे जनसंख्या जिहड़ी हैगी है उत्थे बहुत घट सीगी ते उत्थे हीरोइन मदर का नाम दिता गया। रिस्पॉन्सिबल पॉपुलेशन किनू कहंदे आ, कंपोजिशन पॉपुलेशन किनू कहंदे आ। कंपोजिशन का मतलब यही है कि कुछ राइटर इदा कहते ने कि हाँ एक धर्म नू बोलन वाले, एक लैंग्वेज नू बोलन वाले, एक रिलीजियस दे नाल रिलेट रहन वाले, या फिर कह लो कि एक धर्म दे नाल रिलेट रहन वाले, ठीक है, एक भाषा दे नाल रिलेट रहन वाले, एक मतलब अलग तो रीति रिवाजां नू जेड़े लोग मनदे हैगे आ, कन्वेंशन नू मनदे हैगे आ, उन्हां दे लिए अलग अलग स्टेट बना दित्ती जावे। ठीक है, लेकिन असीं कवांगे कि इदां दी कोई चीज करन दी जरूरत नहीं है, बिकॉज इस तरह तो साडे देश दे विच पार्ट ही बहुत डिवाइड हो जाएंगे। कोई किसी लैंग्वेज नू बिलोंग करेगा, कोई किसी रिलीजियस नू बिलोंग करेगा, इस तरह तो बहुत सारे पार्ट जिहड़े हैगे डिवाइड हो जाने हैं। ठीक है, सो असीं कवांगे जिहड़ी सिटीजन जो साडी स्टेट हैगी है ना, स्टेट दे विच साडे तीन तरह दे सिटीजन हुंदे ने। पहला सिटीजन जो साडे इत्थों दे ही ने, ठीक है, सिटीजन जिहड़े कि सारे तरह दे राइट्स नू इंजॉय करदे ने। ठीक है, सिटीजन तो वही होए ना जिहड़े सारे तरह दे राइट्स नू इंजॉय करदे ने। दूजे नंबर दे हुंदे आ सब्जेक्ट, प्रजा, जिन्हां नू कोई राइट नहीं मिलिया हुंदा लेकिन वो बंदे फिर भी इत्थे रहिंदे ने, इंजॉय भी करदे ने हर एक चीज नू। फॉर एग्जांपल दे तौर ते चिल्ड्रन, बच्चे एंड क्रिमिनल, जिन्हां नू राइट्स नहीं मिले हुंदे। हुण तुसीं देखो बच्चियां नू कोई राइट है? कोई राइट नहीं है। उदां असीं कहने आ किसी दे मारना नहीं है, किसी नू हार्म नहीं करना है। बच्चे तो एक दूसरे दे जड़न लगे मिंट नहीं लांदे, एक दूसरे थप्पड़ मार दो, ठीक है, एक दूसरे नू गाली निकाल दो, ठीक है, एक दूसरे नू मतलब कुछ भी कर लो। तो कहंदे कि जिहड़े बच्चे ते क्रिमिनल सॉरी ਇਹ ਕੀ ਹੁੰਦੇ ਨੇ, ਇਹ ਸਾਡੀ ਸਬਜੈਕਟ ਹੈ,
ਇਹ ਸਾਡੀ ਪ੍ਰਜਾ ਹੈ। ਮਤਲਬ ਇਹਨਾਂ ਨੂੰ ਇਹ ਮਤਲਬ ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੁੰਦੇ ਹੈਗੇ ਆ ਨਾ, ਉਹਨਾਂ ਦੀ ਪਾਲਣਾ ਬਹੁਤ ਟਾਈਮ ਨਹੀਂ ਵੀ ਕਰਦੇ। ਫॉर एग्जांपल ਪਾਗਲ ਵੀ, ਮੈਂਟਲ ਪਰਸਨ ਵੀ, ਠੀਕ ਹੈ। ਕ੍ਰਿਮੀਨਲ ਤੁਸੀਂ ਦੇਖੋ ਚੋਰੀ ਕਰਦਾ ਹੈ, ਭੱਜ ਜਾਂਦਾ ਹੈਗਾ ਵਾ। ਪਾਗਲ ਤੁਸੀਂ ਦੇਖੋ ਰੋਡ ਦੇ ਵਿੱਚ ਚੱਲਣਾ ਸਟਾਰਟ ਕਰ ਦਿੰਦਾ ਹੈ। ਬੱਚੇ ਤੁਸੀਂ ਦੇਖੋ ਰੋਡ ਦੇ ਵਿੱਚ ਭੱਜਣਾ ਸਟਾਰਟ ਕਰ ਦਿੰਦੇ ਨੇ ਵਾਈਟ ਲਾਈਨਸ ਦੇ ਉੱਤੇ। ਬਹੁਤ ਅੱਛਾ ਲੱਗਦਾ ਹੈ ਕਿ ਸਾਈਡ ਬਲੈਕ ਤੇ ਵਾਈਟ ਲਾਈਨ ਦੇ ਉੱਤੇ ਉਹਨਾਂ ਨੇ ਜਾਣਾ, ਤਾਂ ਉਹਨਾਂ ਨੂੰ ਬਹੁਤ ਚੀਜ਼ਾਂ ਅੱਛੀਆਂ ਲੱਗਦੀਆਂ ਨੇ। ਇਹਦਾ ਮਤਲਬ ਕੀ ਹੈ ਕਿ ਉਹ ਪਰਸਨ ਨੇ ਜਿਹੜੇ ਜਸਟ ਸਬਜੈਕਟ ਨੇ, ਜਿਨ੍ਹਾਂ ਦੇ ਲਈ ਕੋਈ ਰੂਲ ਹੈ ਨਹੀਂ ਹੈ, ਚੀਜ਼ਾਂ ਮੈਟਰ ਹੀ ਨਹੀਂ ਕਰਦੀਆਂ ਜਿਨ੍ਹਾਂ ਦੇ ਲਈ, ਠੀਕ ਹੈ। ਥਰਡ ਟਾਈਪ ਦੇ ਹੁੰਦੇ ਨੇ ਜਿਹੜੇ ਹੁੰਦੇ ਨੇ ਏਲੀਅਨ, ਜਿਹੜੇ ਜਸਟ ਬਾਹਰ ਤੋਂ ਆਉਂਦੇ ਨੇ, ਜਾਂ ਤਾਂ ਇੱਥੇ ਸਟੱਡੀ ਕਰਦੇ ਨੇ ਜਾਂ ਮੂਵਮੈਂਟ ਕਰਦੇ ਨੇ, ਮਤਲਬ ਕਿ ਇੱਧਰ ਤੋਂ ਉੱਧਰ ਸੈਰ ਕਰਦੇ ਨੇ, ਜਾਂ ਮਰਚੈਂਟ ਸਿਸਟਮ ਦੇ ਲਈ ਆਉਂਦੇ ਨੇ, ਠੀਕ ਹੈ। ਜਿਨ੍ਹਾਂ ਨੂੰ ਕੋਈ ਰਾਈਟਸ ਪ੍ਰੋਵਾਈਡ ਨਹੀਂ ਹੁੰਦੇ। ਰਾਈਟਸ ਹੁੰਦੇ ਪ੍ਰੋਵਾਈਡ, ਲੇਕਿਨ ਪੋਲਿਟੀਕਲ ਰਾਈਟ ਕੋਈ ਪ੍ਰੋਵਾਈਡ ਨਹੀਂ ਹੁੰਦੇ। ਸਮਝ ਰਹੇ ਹੋ? ਸੋ 3 ਟਾਈਪਸ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ ਸਾਡੇ ਇੱਥੇ ਪਾਈ ਜਾਂਦੀ ਹੈ। ਤੁਹਾਨੂੰ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਵੀ ਆ ਸਕਦਾ ਹੈ ਕਿ ਕਿੰਨੇ ਟਾਈਪ ਦੀ ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਸਾਡੇ ਦੇਸ਼ ਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ। ਚਲੋ ਇੱਕ ਛੋਟਾ ਜਿਹਾ ਕੁਐਸਚਨ ਹੈ, ਤੁਸੀਂ 2 ਜਾਣੇ ਹੋ, ਸੋ ਤੁਹਾਡੇ ਲਈ ਦੋਹਾਂ ਦੇ ਲਈ ਕੁਐਸਚਨ ਹੈਗਾ ਵਾ। ਲਵਦੀਪ, ਸਭ ਤੋਂ ਪਹਿਲਾਂ ਲਵਦੀਪ, ਰਿਸਪੌਂਸਿਬਲ ਪੋਪੂਲੇਸ਼ਨ ਕਿਹਨੂੰ ਬੋਲਿਆ ਜਾਂਦਾ ਹੈ? Okay, Anamika, same question. सो फिक्स्ड टेरिटरी जो साडा सेकंड पॉइंट है कि फिक्स टेरिटरी का होना जरूरी है, बिकॉज अगर फिक्स्ड टेरिटरी नहीं होएगी तेरा मतलब की हैगा वा कि ह्यूमन बीइंग जेड़ा हैगा किसी जगह दे उत्ते नहीं रह सकता। तो फिक्स टेरिटरी दा होना जरूरी है, ठीक है। कहंदे ह्यूमन बीइंग जो हैगा ना, जदों तक्कर ओ किसी फिक्स्ड पार्ट दे उत्ते नहीं रहंदा, मतलब एक फिक्स टेरिटरी दे उत्ते नहीं रहंदा, उदों तक्कर स्टेट नहीं क्रिएट कीती जा सकदी। कहंदा यही कारण हैगा वा कि नोमैडिक ट्राइब दा मतलब हुंदा, ट्राइब दा मतलब समझो ना कबीले जिन्हां नूं बोलिया जांदा हैगा, तो ओ लोक कहंदे इसलिए तां जिहड़े नोमैडिक ट्राइब दे पर्सन हुंदे आ ये किसी भी स्टेट दे नाल बिलोंग नहीं करदे हुंदे, क्योंकि ट्राइब कबीले समझदे हो कदे किसी जगह ते चले गए, कदे किसी जगह दे उत्ते चले गए। सो इस तरह दे कुछ जिहड़े नोमैडिक ट्राइब हुंदे आ कहंदे ओ कदे भी स्टेट नहीं कायम कर सकदे, ठीक है। एक एग्जांपल है जो मैं देना चाहूंगी, तो जो हर वार आंदी है तो जो तुसी लिखनी भी है, ठीक है। 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਸਾਡਾ, ਸੋ ਉਸ ਤੋਂ 1 ਸਾਲ ਅੱਗੇ ਜਾਣਾ ਵਾ ਜਸਟ ਅਸੀਂ, ਠੀਕ ਹੈ। ਕਿਸ ਤਰ੍ਹਾਂ ਅਸੀਂ ਕਹਿਣਾ ਹੈ ਕਿ 1948 ਤੋਂ ਪਹਿਲਾਂ ਯਹੂਦੀ, ਠੀਕ ਹੈ, ਕੁਝ ਪ੍ਰੀਸਟ ਪਰਸਨ ਸੀ, ਯਹੂਦੀ ਪਰਸਨ ਸੀ ਜਿਨ੍ਹਾਂ ਦੀ ਆਪਣੀ ਕੋਈ ਵੀ ਸਟੇਟ ਨਹੀਂ ਸੀ, ਠੀਕ ਹੈ। ਬਟ 1948 ਦੇ ਵਿੱਚ ਕਹਿੰਦੇ ਯਹੂਦੀ ਪ੍ਰੀਸਟ ਪਰਸਨ ਸੀ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਇਜ਼ਰਾਈਲ ਨਾਮ ਦਾ ਇੱਕ ਦੇਸ਼ ਜਿਹੜਾ ਹੈਗਾ ਸੀ ਆਪਣੇ ਲਈ ਬਣਾ ਲਿਆ ਸੀਗਾ, ਠੀਕ ਹੈ। तो ਉਹ ਉੱਥੇ ਵਸ ਗਏ ਸੀਗੇ। ਬਲਸ਼ਲੀ ਇੱਕ ਰਾਈਟਰ ਨੇ ਜਿਨ੍ਹਾਂ ਨੇ ਕਿਹਾ ਹੈਗਾ ਕਿ the people do not become a state until they have the acquired fixed territory। ਲੋਕ ਉਸ ਵੇਲੇ ਤੱਕ ਰਾਜ ਨਹੀਂ ਬਣ ਸਕਦੇ ਜਦੋਂ ਤੱਕ ਉਹਨਾਂ ਦੇ ਕੋਲ ਕੋਈ ਨਿਸ਼ਚਿਤ ਭੂਮੀ ਨਹੀਂ ਹੈ, ਠੀਕ ਹੈ। ਅਸੀਂ ਇਹੀ ਚੀਜ਼ ਬੋਲਨੀ ਆ ਕਿ ਯਹੂਦੀ ਕੁਝ ਇਸ ਤਰ੍ਹਾਂ ਦੇ ਪਰਸਨ ਸੀ ਜਿਨ੍ਹਾਂ ਨੂੰ ਪ੍ਰਿਸਟ ਵੀ ਬੋਲ ਦਿੱਤਾ ਜਾਂਦਾ ਹੈ, ਕੁਝ ਇਸ ਤਰ੍ਹਾਂ ਦੇ ਪਰਸਨ ਸੀਗੇ ਜਿਨ੍ਹਾਂ ਦੇ ਕੋਲ ਕੋਈ ਸਟੇਟ ਨਹੀਂ ਸੀ। ਬਟ 1948 ਤੋਂ ਬਾਅਦ ਇਹਨਾਂ ਦੇ ਕੋਲ ਆਪਣੀ ਇੱਕ ਸਟੇਟ ਆ ਗਈ, ਠੀਕ ਹੈ। ਸਟੇਟ ਦਾ ਨਾਮ ਕੀ ਸੀ? ਇਜ਼ਰਾਈਲ ਆ ਗਿਆ। तो अगर क्वेश्चन इस तरह भी आंदा है कि 1948 तो बाद दी स्टेट दा नाम की सी जिहड़ी प्रिस्ट दे अंडर सी, यानी कि प्रिस्ट लोकां ने यानी कि यहूदी पर्सनां ने जिहड़ी बनाई सी, द नेम इज इजराइल, ठीक है। सो इस तरह उस तो बाद मीनिंग ऑफ टेरिटरी, कहंदे टेरिटरी दा मतलब की है। हुण टेरिटरी दा मतलब की हो सकदा है? मतलब मैं तां बोलिया ना एक लैंड, ठीक है। हुण टेरिटरी दा मीनिंग दसना है। ਅਸੀਂ कहना है कि स्टेट मतलब एक जमीन का मतलब नहीं है कि स्टेट का मतलब हैगा या फिक्स टेरिटरी का मतलब हैगा एक लैंड दे दो किसी नूं, ठीक है, एक जमीन दे दो किसी नूं, नहीं।
ਜਿਹਦੇ ਵਿੱਚ ਪਾਣੀ, ਵਾਟਰ, 에ਅਰ, ਹਵਾ, ਠੀਕ ਹੈ, ਇਹ ਸਾਰੀਆਂ ਚੀਜ਼ਾਂ, ਉਸ ਤੋਂ ਬਾਅਦ ਸਕਾਈ, ਅਸਮਾਨ, ਜਿੱਥੇ ਸਭ ਚੀਜ਼ਾਂ ਹੈਗੀਆਂ ਨੇ, ਠੀਕ ਹੈ, ਜਿਹਦੇ ਕੋਲ ਫੋਰੈਸਟ ਨੇ, ਜਿਹਦੇ ਕੋਲ ਹਿਲੀ ਏਰੀਆ ਵਾ, ਪਹਾੜ ਨੇ, ਜਿਹਦੇ ਕੋਲ ਰਿਵਰ ਨੇ, ਜਿਹਦੇ ਕੋਲ ਦਰਿਆ ਨੇ, ਜਿਹਦੇ ਕੋਲ ਝੀਲਾਂ ਨੇ, ਠੀਕ ਹੈ, ਲੇਕਸ ਨੇ, ਉਸ ਤੋਂ ਬਾਅਦ ਜਿਹਦੇ ਕੋਲ ਮਿਨਰਲਸ ਨੇ, ਮਤਲਬ ਖਣਿਜ ਪਦਾਰਥ ਨੇ, ਅਗਰ ਉਸ ਇਲਾਕੇ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਨੇ, that means ਉਹ ਸਾਡੀ ਇੱਕ ਫਿਕਸ ਟੈਰੀਟਰੀ ਹੈ, ਠੀਕ ਹੈ। ਕਹਿੰਦੇ ਕਿ ਜਿਹੜੀ ਸਾਡੀ ਸਟੇਟ ਹੁੰਦੀ ਹੈ ਨਾ, ਸਟੇਟ ਦੇ ਵਿੱਚ ਸਾਡਾ ਸਮੁੰਦਰ ਦਾ ਇਲਾਕਾ ਹੁੰਦਾ ਹੈ ਨਾ ਜਿਹੜਾ, ਉਹਦੇ ਵਿੱਚ 12 ਮੀਲ ਦਾ ਇਲਾਕਾ, ਸਿਰਫ 12, ਜੇ ਮੈਂ ਬੋਲਦਾ 12 ਤੇ ਮਤਲਬ 12, ਘੱਟ ਵੱਧ ਨਹੀਂ ਤੁਸੀਂ ਇਸ ਨੂੰ ਕਾਊਂਟ ਕਰ ਸਕਦੇ ਹੈਗੇ। ਸਮੁੰਦਰ ਦਾ ਜਿਹੜਾ 12 ਮੀਲ ਤੱਕ ਦਾ ਇਲਾਕਾ ਹੁੰਦਾ ਹੈ ਨਾ ਸਾਡੀ ਸਟੇਟ ਦੇ ਨਾਲ ਲੱਗਦਾ, ਉਹ ਸਾਡਾ ਹੁੰਦਾ ਹੈ। ਉਹਦੇ ਵਿੱਚ ਅਸੀਂ ਆਪਣੀ ਸ਼ਿਪ ਵਗੈਰਾ ਘੁਮਾ ਸਕਦੇ ਹੈਗੇ ਆ, ਅਸੀਂ ਉਸ ਸ਼ਿਪ ਦੇ ਉੱਤੇ ਆਪਣਾ ਜਿਹੜਾ ਹੈਗਾ ਵਾ ਕਹਿ ਲਓ ਕਿ ਫਲੈਗ ਲਗਾ ਸਕਦੇ ਆ, ਝੰਡਾ ਲਗਾ ਸਕਦੇ ਆ। ਉਹ ਇਲਾਕਾ 12 ਮੀਲ ਤੱਕ ਦਾ ਸਾਡਾ ਹੁੰਦਾ ਹੈ। ਕਹਿੰਦੇ ਕਿ ਉਹ ਮਤਲਬ ਉਸ ਥਾਂ ਦੇ ਉੱਤੇ ਜਿਹੜਾ ਸ਼ਿਪ ਵਗੈਰਾ ਖੜਿਆ ਹੁੰਦਾ ਵਾ, ਕਹਿੰਦੇ ਚਾਹੇ ਕਿ ਮਤਲਬ ਉਹ ਸ਼ਿਪ ਅਸੀਂ ਉੱਥੇ ਘੁਮਾ ਰਹੇ ਹੈਗੇ ਆ, ਜਾਂ ਫਿਰ ਕਹਿ ਲਓ ਕਿ ਚਾਹੇ ਉਹ ਸ਼ਿਪ ਜਿਹੜਾ ਹੈਗਾ ਵਾ ਉਹ 12 ਮੀਲ ਦੇ ਇਲਾਕੇ ਦੇ ਵਿੱਚ ਕੋਈ ਡਿਸਕਵਰੀ ਕਰ ਰਿਹਾ ਹੈਗਾ ਵਾ, ਕੁਝ ਉੱਥੋਂ ਉਠਾ ਰਿਹਾ ਵਾ, ਕੁਝ ਵੀ ਕਰ ਰਿਹਾ ਵਾ, ਉਹ 12 ਮੀਲ ਦਾ ਇਲਾਕਾ ਸਾਡਾ ਵਾ, ਅਸੀਂ ਕੁਝ ਵੀ ਕਰ ਸਕਦੇ ਆ। ਕਈ ਵੇਲੇ ਨਾ ਮਤਲਬ ਕੁਐਸਚਨ ਦਿਮਾਗ 'ਚ ਆਉਂਦਾ ਵਾ ਕਿ ਇਹ ਸਾਰਾ ਸਮੁੰਦਰ ਜਿਹੜਾ ਹੈਗਾ ਵਾ ਇਹ ਸਾਰਾ ਦਾ ਸਾਰਾ ਸਾਡਾ ਵਾ। ਨਹੀਂ, ਸਾਡਾ ਨਹੀਂ ਹੁੰਦਾ। ਇਹ 12 ਮੀਲ ਦੇ ਇਲਾਕੇ ਨਿਸ਼ਚਿਤ ਕੀਤੇ ਹੁੰਦੇ ਆ ਕਿ ਜੇ ਸਾਡਾ ਦੇਸ਼ ਇੱਥੇ ਹੈਗਾ ਤੇ 12 ਮੀਲ ਦਾ ਜਿਹੜਾ ਸਮੁੰਦਰ ਦਾ ਇਲਾਕਾ ਵਾ ਸਾਡਾ ਵਾ। ਬਾਅਦ ਚੋਂ 12 ਮੀਲ ਤੋਂ ਅੱਗੇ ਜਾਓਗੇ ਨਾ, ਗਵਰਨਮੈਂਟ ਦੇ ਵੱਲੋਂ ਤੁਹਾਨੂੰ ਬਹੁਤ ਸਾਰੇ ਫਾਈਨ ਪੈ ਜਾਣੇ ਹੈਗੇ ਆ, ਤੁਸੀਂ ਕੋਈ ਡਿਸਕਵਰੀ ਵੀ ਨਹੀਂ ਕਰ ਸਕਦੇ ਉਸ ਤੋਂ ਅੱਗੇ। ਡਾਊਨ ਦੇ ਇਲਾਕੇ ਵੀ ਸਾਡੇ ਹੁੰਦੇ ਨੇ, ਡਾਊਨ ਵੀ ਅਸੀਂ ਉਨਾ ਏਰੀਆ ਹੀ ਜਾ ਸਕਦੇ ਹੈਗੇ ਆ। ਜਿੱਦਾਂ ਹੁਣ ਕਹਿ ਲਓ ਕਿ ਡਾਊਨ ਏਰੀਆ ਦੇ ਵਿੱਚ ਸਾਨੂੰ ਬਹੁਤ ਸਾਰੇ ਮਿਨਰਲਸ ਨਹੀਂ ਮਿਲ ਜਾਂਦੇ ਹੈਗੇ ਆ, ਮੋਤੀ ਵਗੈਰਾ ਕੁਝ ਵੀ। ਅਸੀਂ ਡਾਊਨ ਵੀ ਅਗਰ ਜਾਣਾ ਹੈਗਾ ਨਾ, ਅਪਰੋਕਸੀਮੇਟਲੀ ਕਹਿ ਲਓ ਕਿ 20 ਮੀਲ ਤੱਕ ਅਸੀਂ ਡਾਊਨ ਵੀ ਜਾ ਸਕਦੇ ਆ, ਡਾਊਨ ਵੀ ਉਸ ਤੋਂ ਜ਼ਿਆਦਾ ਨਹੀਂ ਜਾ ਸਕਦੇ। ਇਹ ਫਿਕਸਡ ਕੀਤਾ ਹੁੰਦਾ ਹੈ ਗਵਰਨਮੈਂਟ ਦੇ ਵੱਲੋਂ, ਠੀਕ ਹੈ। 12 ਮੀਲ ਤੱਕ ਅਸੀਂ ਅੱਗੇ ਜਾ ਸਕਦੇ ਆ। ਡਾਊਨ ਏਰੀਆ ਵੀ ਕਹਿ ਲਓ ਕਿ ਥੋੜਾ ਜਿਹਾ ਕਨਫਿਊਜ਼ਨ ਹੈਗੀ ਆ, ਮਤਲਬ ਹੈਗਾ 20 ਮੀਲ ਦੇ ਅੰਦਰ ਅੰਦਰ ਹੀ, 20 ਜਾਂ 24 ਮੀਲ ਦੇ ਅੰਦਰ ਅੰਦਰ ਹੀ ਅਸੀਂ ਨੀਚੇ ਡਾਊਨ ਜਾ ਸਕਦੇ ਆ। ਅਦਰਵਾਈਜ਼ ਅਸੀਂ ਡਾਊਨ ਵੀ ਨਹੀਂ ਇੰਨਾ ਖਾਸ ਜਾ ਸਕਦੇ। ਉਸ ਤੋਂ ਅੱਗੇ ਜਾਣ ਦੇ ਲਈ ਸਾਨੂੰ ਗਵਰਨਮੈਂਟ ਦੇ ਵੱਲੋਂ ਪਰਮਿਸ਼ਨ ਚਾਹੀਦੀ ਹੁੰਦੀ ਹੈ ਕਿ ਅਸੀਂ ਸਮੁੰਦਰ ਦੇ ਅੰਦਰ ਹੋਰ ਕਿੰਨੀ ਡਿਸਕਵਰੀ ਕਰਨੀ ਹੈ, ਗਵਰਨਮੈਂਟ ਵੱਲੋਂ ਪਰਮਿਸ਼ਨ ਚਾਹੀਦੀ ਹੈ। ਇਹ ਨਹੀਂ ਹੈ ਕਿ ਸਾਰਾ ਇਲਾਕਾ ਹੀ ਸਾਡਾ ਹੈ, ਕੁਝ ਨਹੀਂ ਹੈ ਇਦਾਂ ਦਾ, ਹੈ ਨਾ। ਦੋਸਤੋ ਅੱਗੇ ਕਹਿੰਦੇ ਕਿ ਸਾਈਜ਼ ਆਫ ਟੈਰੀਟਰੀ, ਕਹਿੰਦੇ ਸਾਈਜ਼ ਆਫ ਟੈਰੀਟਰੀ ਮਤਲਬ ਸਾਈਜ਼ ਕਿੰਨਾ ਕੁ ਹੋਣਾ ਚਾਹੀਦਾ ਵਾ। ਹੁਣ ਇੱਕ ਚੀਜ਼ ਯਾਦ ਰੱਖਣੀ ਆ, ਸਟੇਟ ਵੱਡੀ ਹੈ, ਸਟੇਟ ਛੋਟੀ ਹੈ, ਮੈਟਰ ਨਹੀਂ ਕਰਦੀ, ਠੀਕ ਹੈ। ਯਾਦ ਰੱਖਣਾ ਇਹ ਚੀਜ਼ ਨੂੰ, ਸਟੇਟ ਵੱਡੀ ਹੈ, ਸਟੇਟ ਛੋਟੀ ਹੈ, ਮੈਟਰ ਨਹੀਂ ਕਰਦੀ, ਸਟੇਟ ਸਟੇਟ ਹੀ ਹੈ, ਠੀਕ ਹੈ। ਮਹਾਰਾਸ਼ਟਰ ਬਹੁਤ ਵੱਡਾ ਹੈ, ਗੋਆ ਬਹੁਤ ਛੋਟਾ ਹੈ, ਮੈਂ ਏਦਾਂ ਥੋੜੀ ਨਾ ਕਹੂੰਗੀ ਛੋਟਾ ਗੋਆ ਵੱਡਾ ਮਹਾਰਾਸ਼ਟਰ, ਸਟੇਟ ਹੀ ਬੋਲੂੰਗੀ ਨਾ। ਛੋਟੀ ਗੋਆ ਸਟੇਟ, ਵੱਡਾ ਗੋਆ ਮਹਾਰਾਸ਼ਟਰ, तो मैं ਏਦਾਂ ਥੋੜੀ ਨਾ ਬੋਲੂੰਗੀ। ਸਟੇਟ ਤੋਂ ਹੈ, ਸਟੇਟ ਤੋਂ ਸਟੇਟ ਹੀ ਬੋਲੂੰਗੀ। ਜਿਹਦੇ ਕੋਲ 4 ਐਲੀਮੈਂਟਸ ਨੇ, ਸਟੇਟ ਭਾਵੇਂ ਵੱਡੀ ਹੈ ਭਾਵੇਂ ਛੋਟੀ ਹੈ, ਬੜੀ ਹੈ ਛੋਟੀ ਹੈ ਮੈਟਰ ਨਹੀਂ ਕਰਦਾ, तो क्या होएगा कि उसਨੂੰ क्या बोलिया जाएगा, स्टेट ही बोलिया जाएगा, ठीक है। फॉर एग्जाम्पल ਦੇ ਤੌਰ ਤੇ ਕਹਿੰਦੇ रूस, चीन, अमेरिका, ब्राजील, कैनेडा ਤੇ इंडिया, ਕਹਿੰਦਾ ਸਾਰੇ ਹੀ ਸਟੇਟ ਮਤਲਬ ਹਰੇਕ ਦਾ ਜਿਹੜਾ ਦੇਸ਼ ਹੈਗਾ ਵਾ ਇਹਦੀਆਂ ਆਪਣੀਆਂ ਆਪਣੀਆਂ ਸਟੇਟਸ ਨੇ, ਠੀਕ ਹੈ। तो ਕਹਿੰਦੇ ਕਿ ਹਰੇਕ ਇਲਾਕਾ ਵੱਡਾ ਵਾ ਛੋਟਾ ਵਾ ਮੈਟਰ ਹੀ ਨਹੀਂ ਕਰਦਾ, ਸਟੇਟ ਤੋਂ ਸਟੇਟ ਹੀ ਰਹਿੰਦੀ ਆ, ਠੀਕ ਹੈ। ਸੋ ਇਸ ਤਰ੍ਹਾਂ ਉਸ ਤੋਂ ਬਾਅਦ ਤੁਹਾਡਾ ਹੈਗਾ ਨੇਚਰ ਆਫ ਸਟੇਟ, ਜੋ ਜੋ ਲਿਖਵਾਇਆ ਗਿਆ ਹੈ, ਜਿੰਨਾ ਜਿੰਨਾ ਬੋਲਿਆ ਗਿਆ ਉਹਨਾਂ ਉਹਨਾਂ ਤੁਸੀਂ ਲਿਖਣਾ ਹੈਗਾ ਵਾ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕਹਿੰਦੇ ਨੇਚਰ ਆਫ ਸਟੇਟ, ਕਹਿੰਦੇ ਸਟੇਟ ਦਾ ਨੇਚਰ ਲਿਖਣਾ ਵਾ। ਅਸੀਂ ਕਹਿਣਾ ਹੈਗਾ ਨੇਚਰ ਸਟੇਟ ਦਾ ਇਦਾਂ ਦਾ ਹੋਣਾ ਚਾਹੀਦਾ ਜਿਹਦੇ ਕੋਲ ਮਿਨਰਲਸ ਹੋਣ, ਵਾਟਰ ਹੋਵੇ, ਜ਼ਮੀਨ ਫਰਟਾਈਲ ਹੋਵੇ, ਜਿੱਥੇ ਈਜ਼ੀਲੀ ਚੀਜ਼ਾਂ ਗਰੋ ਅਪ ਹੋ ਜਾਣ, ਠੀਕ ਹੈ। ਜਿਨ੍ਹਾਂ ਦਾ ਜਿਹੜਾ ਹੈਗਾ ਇਨਵਾਇਰਮੈਂਟ ਹਿਊਮਨ ਬੀਇੰਗ ਦੇ ਅਕੋਰਡਿੰਗ ਹੋਵੇ, ਦੈਟ ਇਜ਼ ਕਾਲਡ ਅ ਨੇਚਰ ਆਫ ਦਾ ਟੈਰੀਟਰੀ। ਮਤਲਬ ਟੈਰੀਟਰੀ ਦਾ ਨੇਚਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ। ਕਹਿੰਦੇ ਬਾਉਂਡਰੀ ਆਫ ਟੈਰੀਟਰੀ, ਕਹਿੰਦੇ ਬਾਉਂਡਰੀਜ਼ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਯਾਦ ਰੱਖਣਾ ਕਹਿੰਦੇ ਬਾਉਂਡਰੀ ਮਤਲਬ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਵਾ ਜਿਹੜੀਆਂ ਇੱਕ ਦੂਜੇ ਤੋਂ ਅਲੱਗ ਹੋਣ,
ਠੀਕ ਹੈ। ਬਾਉਂਡਰੀ ਵੈਸੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਦੋ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ, ਠੀਕ ਹੈ। ਇੱਕ ਤਾਂ ਜਿਹੜਾ ਨੇਚਰ ਦੇ ਤੌਰ ਤੇ ਬਣਾ ਲਿਆ ਜਾਂਦੀਆਂ ਨੇ ਬਾਉਂਡਰੀਜ਼, ਇੱਕ ਉਹ ਹੁੰਦੀਆਂ, ਇੱਕ ਹਿਊਮਨ ਬੀਇੰਗ ਖੁਦ ਕ੍ਰੀਏਟ ਕਰਦਾ ਵਾ। ਸੋ ਬਾਉਂਡਰੀ ਤਾਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਅਗਰ ਤੁਸੀਂ ਮੰਨ ਲਓ ਇਹ ਚੀਜ਼ ਬਾਉਂਡਰੀ ਨਹੀਂ ਹੈਗੀਆਂ, ਠੀਕ ਹੈ, ਮੈਂ ਤਾਂ ਪਾਕਿਸਤਾਨ ਨੂੰ ਵੀ ਆਪਣੇ ਇਲਾਕੇ 'ਚ ਮਿਲਾ ਲਾਂਗੀ ਕਿਉਂਕਿ ਬਾਉਂਡਰੀ ਨਹੀਂ ਹੈ ਕੋਈ, ਠੀਕ ਹੈ। ਮੈਂ ਤਾਂ ਕਹਿ ਦੂੰਗੀ ਜੀ ਪੰਜਾਬ ਮੈਨੂੰ ਥੋੜਾ ਛੋਟਾ ਲੱਗਦਾ ਹੈ, ਮੈਨੂੰ ਹੋਰ ਇਲਾਕੇ ਵੀ ਦੇ ਦਿਓ ਜੀ, ਮੈਂ ਪੰਜਾਬ ਨੂੰ ਵੱਡਾ ਕਰਨਾ ਹੈਗਾ ਵਾ, ਠੀਕ ਹੈ। ਮੈਂ ਤਾਂ ਆਪਣੀ ਮਨਮਰਜ਼ੀ ਕਰੂੰਗੀ ਨਾ, ਕਿਉਂਕਿ ਬਾਉਂਡਰੀ ਨਹੀਂ ਹੈ। ਅੱਜ ਸਾਡੇ ਕੋਲ ਮੈਪ ਹੈ, ਇਸ ਲਈ ਅਸੀਂ ਹਰ ਚੀਜ਼ ਦੀ ਇੱਕ ਬਾਉਂਡਰੀ ਫਿਕਸਡ ਕਰ ਦਿੱਤੀ ਹੈ, ਠੀਕ ਹੈ। ਲੇਕਿਨ ਕਹਿੰਦੇ ਕਿ ਬਾਉਂਡਰੀ ਜਿਹੜੀ ਹੈਗੀ ਹੈ ਇਹ ਆਪਸ ਦੇ ਵਿੱਚ ਜੁੜੀ ਹੋਈ ਵੀ ਹੋਣੀ ਚਾਹੀਦੀ ਹੈ ਤੇ ਥੋੜੀ ਜਿਹੀ ਅਲੱਗ ਵੀ ਹੋਣੀ ਚਾਹੀਦੀ ਹੈ, ਠੀਕ ਹੈ। ਜਿੱਦਾਂ ਕਹਿ ਲੋ ਕਿ ਜਿਹੜਾ ਸਾਡਾ ਈਸਟ ਔਰ ਵੈਸਟ ਹੈ, ਈਸਟ ਔਰ ਵੈਸਟ ਜੋ ਪਾਕਿਸਤਾਨ ਹੈ ਨਾ, ਤਾਂ ਆਪਸ ਦੇ ਵਿੱਚ ਥੋੜਾ ਜਿਹਾ ਕਨੈਕਟਡ ਹੈਗਾ ਵਾ, ਠੀਕ ਹੈ। तो इसलिए कहते 1971 ਦੇ ਵਿੱਚ ਸ਼ਾਇਦ ਬੰਗਲਾਦੇਸ਼ ਨਾ ਬਣ ਪਾਉਂਦਾ ਜੇ ਇਹ ਬਾਉਂਡਰੀ ਇੱਕ ਦੂਸਰੇ ਦੇ ਨਾਲ ਨਾ ਮਿਲ ਪਾਉਂਦੀ, ਠੀਕ ਹੈ। ਸੋ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਤੁਹਾਡਾ ਥਰਡ ਪੁਆਇੰਟ, ਠੀਕ ਹੈ। ਥਰਡ ਪੁਆਇੰਟ ਜਿਹੜਾ ਹੈਗਾ ਵਾ ਉਹ ਤੁਹਾਡਾ ਕੀ ਹੈਗਾ ਵਾ, ਗਵਰਨਮੈਂਟ। तो गवर्नमेंट ਜਿਹੜੀ ਹੈਗੀ ਆ ਕਹਿੰਦੇ ਇਹਦਾ ਹੋਣਾ ਵੀ ਇੰਪੋਰਟੈਂਟ ਹੈ, ਗਵਰਨਮੈਂਟ ਦਾ ਹੋਣਾ ਵੀ ਇੰਪੋਰਟੈਂਟ ਹੈ। ਬਿਕੋਜ਼ ਜਿੱਥੇ ਗਵਰਨਮੈਂਟ ਨਹੀਂ ਹੋਏਗੀ ਹਿਊਮਨ ਬੀਇੰਗ ਦੇ ਉੱਤੇ ਕੋਈ ਵੀ ਰੂਲ ਜਿਹੜਾ ਹੈਗਾ ਵਾ ਉਹ ਨਹੀਂ ਬਣ ਪਾਏਗਾ, ਠੀਕ ਹੈ। ਅੱਜ ਅਸੀਂ ਸਾਰੇ ਲੋਕ ਆਪਸ ਦੇ ਵਿੱਚ ਇਕੱਠੇ ਕਿਉਂ ਰਹਿ ਰਹੇ ਹਾਂ, ਉਹ ਅਸੀਂ ਤਾਂ ਰਹਿ ਰਹੇ ਹਾਂ ਕਿਉਂਕਿ ਕੋਈ ਨਾ ਕੋਈ ਰੂਲ ਬਣਦਾ ਆ ਰਿਹਾ ਵਾ, ਠੀਕ ਹੈ। ਰੂਲ ਸਾਨੂੰ ਡਿਸਿਪਲਿਨ ਦੇ ਵਿੱਚ ਰਹਿਣਾ ਸਿਖਾਉਂਦਾ ਵਾ, ਰੂਲ ਸਾਡੀਆਂ ਜਿਹੜੀਆਂ ਡਿਮਾਂਡਸ ਹੁੰਦੀਆਂ ਨੇ ਗਵਰਨਮੈਂਟ ਤੱਕ ਪਹੁੰਚਾਉਂਦਾ ਹੈ, ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਸਾਡੇ ਤੱਕ ਪਹੁੰਚਾਉਂਦਾ ਹੈਗਾ, ਗਵਰਨਮੈਂਟ ਇਹ ਕੰਮ ਕਰਦੀ ਹੈ, ਠੀਕ ਹੈ। ਕਹਿੰਦੇ ਅਗਰ ਗਵਰਨਮੈਂਟ ਨਹੀਂ ਹੋਏਗੀ, ਕੋਈ ਰੂਲ ਨਹੀਂ ਹੋਏਗਾ, ਨਾ ਹੀ ਕਿਸੇ ਜਗ੍ਹਾ ਦੇ ਉੱਤੇ ਪੀਸ ਕਾਇਮ ਹੋਏਗੀ, ਮਤਲਬ ਸ਼ਾਂਤੀ ਕਾਇਮ ਹੋਏਗੀ, ਤੇ ਕੋਈ ਵੀ ਦੇਸ਼ ਬਾਹਰ ਤੋਂ ਸਾਡੇ ਉੱਤੇ ਹਮਲੇ ਕਰ ਸਕਦਾ ਵਾ, ਠੀਕ ਹੈ, ਕਿਉਂਕਿ ਗਵਰਨਮੈਂਟ ਤੋਂ ਨਹੀਂ ਹੈ। ਇਸ ਲਈ ਅਸੀਂ ਕਹਿੰਦੇ ਆ ਕਿ ਗਵਰਨਮੈਂਟ ਦਾ ਹੋਣਾ ਜ਼ਰੂਰੀ ਹੈ। ਕਹਿੰਦੇ ਆਰਗਨਸ ਆਫ ਗਵਰਨਮੈਂਟ ਯਾਨੀ ਕਿ ਸਰਕਾਰ ਦੇ ਅੰਗ ਕਿਹੜੇ ਨੇ, ਸਭ ਤੋਂ ਪਹਿਲਾਂ ਹੈਗਾ ਲੈਜਿਸਲੇਟਿਵ, ਲੈਜਿਸਲੇਚਰ ਜਿਸ ਨੂੰ ਬੋਲਿਆ ਜਾਂਦਾ ਹੈ। ਲੈਜਿਸਲੇਚਰ ਦਾ ਕੰਮ ਹੁੰਦਾ ਹੈ ਰੂਲ ਮੇਕਿੰਗ, ਕਾਨੂੰਨ ਨੂੰ ਬਣਾਉਣਾ, ਮਤਲਬ ਮੈਂ ਬੋਲ ਰਹੀ ਹਾਂ ਵਿਧਾਨ ਪਾਲਿਕਾ, ਵਿਧਾਨ ਪਾਲਿਕਾ ਦਾ ਕੰਮ ਹੈਗਾ ਕਾਨੂੰਨ ਨੂੰ ਬਣਾਉਣਾ। ਦੂਸਰਾ ਤੁਹਾਡਾ ਹੈਗਾ ਵਾ ਐਗਜ਼ੀਕਿਊਟਿਵ, ਠੀਕ ਹੈ, ਯਾਨੀ ਕਿ ਰੂਲ ਫਾਰਮੇਸ਼ਨ, मतलब कि रूल फॉर्मेशन यानी कि रूल ਨੂੰ ਬਣਾਉਣ ਦੇ ਨਾਲ ਨਾਲ ਉਸ ਨੂੰ ਇੰਪਲੀਮੈਂਟ ਕਰ ਦੇਣਾ, ਠੀਕ ਹੈ, ਉਸ ਨੂੰ ਲਾਗੂ ਕਰ ਦੇਣਾ, ਯਾਨੀ ਕਿ ਐਗਜ਼ੀਕਿਊਟਿਵ ਦਾ ਕੰਮ ਕੀ ਹੁੰਦਾ ਹੈ, ਇੰਪਲੀਮੈਂਟ ਕਰ ਦੇਣਾ, ਰੂਲ ਨੂੰ ਬਣਾਉਣਾ। ਥਰਡ ਜੋ ਗਵਰਨਮੈਂਟ ਦਾ ਆਰਗਨਸ ਹੈਗਾ ਵਾ ਉਹ ਹੈਗਾ ਜੁਡੀਸ਼ਰੀ ਸਿਸਟਮ, जिसने ये देखना है कि एक ने रूल बना दिता, दूसरे ने उसਨੂੰ इंप्लीमेंट भी कर दिता कि ये रूल अकॉर्डिंग टू द कॉन्स्टिट्यूशन, मतलब कि ये रूल कॉन्स्टिट्यूशन दे अकॉर्डिंग है। अगर तो ये रूल कॉन्स्टिट्यूशन दे अकॉर्डिंग है तो ठीक है, अगर ये रूल कॉन्स्टिट्यूशन दे अकॉर्डिंग नहीं है तो देखा जाता है कि रूल ਨੂੰ कॉन्स्टिट्यूशन दे अकॉर्डिंग किस तरह बनाया जाएगा, ठीक है। तो रूल ਦਾ कॉन्स्टिट्यूशन दे अकॉर्डिंग ਜਿਹੜਾ ਹੈਗਾ ਵਾ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਬੱਚੇ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਸਾਡਾ ਆ ਜਾਂਦਾ ਹੈਗਾ ਵਾ ਕਹਿੰਦੇ ਕਿ ਫਾਰਮਸ ਆਫ ਗਵਰਨਮੈਂਟ, ਇਹਨੂੰ ਸ਼ਾਰਟ ਆਨਸਰ ਟਾਈਪ ਚ ਲਿਖ ਲਓ ਕਿਉਂਕਿ ਬਾਅਦ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣਾ ਇਹ ਕੁਐਸਚਨ, ਠੀਕ ਹੈ। ਬਹੁਤ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਹੈ ਕਿ ਜੀ ਫਾਰਮ ਆਫ ਗਵਰਨਮੈਂਟ ਤੋਂ ਕਰਵਾਈਆਂ ਹੀ ਨਹੀਂ। ਗੱਲ ਇੰਨੀ ਕੁ ਯਾਦ ਰੱਖਣੀ ਹੈਗੀ ਆ, ਮੈਂ ਜਦੋਂ ਆਰਗਨਸ ਆਫ ਦਾ ਗਵਰਨਮੈਂਟ ਬੋਲਿਆ, ਮੈਂ ਬੋਲਿਆ ਇਹ ਗਵਰਨਮੈਂਟ ਦਾ ਅੰਗ ਹੈ, ਗਵਰਨਮੈਂਟ ਦੇ ਪਾਰਟ ਨੇ। ਜਦੋਂ ਮੈਂ ਫਾਰਮ ਆਫ ਗਵਰਨਮੈਂਟ ਪੁੱਛੂੰਗੀ ਉਹਦਾ ਅਲੱਗ ਹੈ, ਹੋਰ ਫਾਰਮ ਆਫ ਗਵਰਨਮੈਂਟ ਵੀ ਇਦਾਂ ਨਾ ਲਿਖ ਦੇਣਾ ਕਿ ਜੀ ਲੈਜਿਸਲੇਚਰ, ਐਗਜ਼ੀਕਿਊਟਿਵ ਤੇ ਜੁਡੀਸ਼ਰੀ ਸਿਸਟਮ, ਇਹ ਤਾਂ ਪਾਰਟ ਨੇ ਗਵਰਨਮੈਂਟ ਦੇ। ਫਾਰਮ ਦਾ ਮਤਲਬ ਹੁੰਦਾ ਹੈ ਗਵਰਨਮੈਂਟ ਕਿੰਨੇ ਤਰ੍ਹਾਂ ਦੀ ਹੈ, ਠੀਕ ਹੈ। ਓਕੇ, तो गवर्नमेंट ਜਿਹੜੀ ਹੈਗੀ ਆ ਕਿੰਨੇ ਤਰ੍ਹਾਂ ਦੀ ਹੈ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈਗਾ ਵਾ ਗਵਰਨਮੈਂਟ ਹੈਗੀ ਆ, ਇਹ ਇੱਕ ਪੁਆਇੰਟ ਹੈ, ਉਸ ਤੋਂ ਬਾਅਦ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾਣਾ ਵਾ, ਪ੍ਰਿਪੇਅਰ ਰਹਿਣਾ, ਠੀਕ ਹੈ। ਆਵਾਜ਼ ਨਹੀਂ ਆ ਰਹੀ ਤਾਂ ਹੁਣੀ ਬੋਲ ਦੇਣਾ। तो फॉर्म ऑफ गवर्नमेंट ਦਾ ਮਤਲਬ ਹੁੰਦਾ ਹੈ ਮੋਨਾਰਕੀ, ਠੀਕ ਹੈ। ਮੋਨਾਰਕੀ ਮਤਲਬ ਰਾਜਤੰਤਰ, ਠੀਕ ਹੈ, ਇਹ ਵੀ ਗਵਰਨਮੈਂਟ ਦੀ ਇੱਕ ਫਾਰਮ ਹੈ। ਅਰਿਸਟੋਕ੍ਰੇਸੀ, ਕੁਲੀਨ ਤੰਤਰ, ਜਿਹਦਾ ਮਤਲਬ ਹੁੰਦਾ ਹੈ ਜਿੱਥੇ ਸਾਰੇ ਰਿਚ ਪਰਸਨ ਹੋਣ, ਕੁਲੀਨ, ਕੁਲ ਮਤਲਬ ਪੈਸਾ, ਠੀਕ ਹੈ। तो डेमोक्रेसी, लोकतंत्र, डिक्टेटरशिप, तानाशाह, रिपब्लिक, गणतंत्र, यूनिटरी, एकात्मक, फेडरल, संघात्मक, पार्लियामेंट्री, संसद, प्रेसिडेंटल,
ठीक है, क्या हुंदा है? प्रधानगी। गवर्नमेंट टाइम टू टाइम, गवर्नमेंट दी फॉर्म हर जगह, हर एरिया, हर देश दे विच वखरी वखरी हुंदी। ठीक है, एरिया में गलत बोलता, देश बोलना सी। ठीक है, सो देखो जिद्दां साडा हैगा वा सोवियत संघ, जिन्हों तुसी रूस बोल दिंदे हो, पहला ਉਹਦੇ ਵਿੱਚ ਕੀ ਸੀਗਾ? ਇੱਕ ਕਿਸਮ ਦਾ ਮੋਨਾਰਕੀ ਸਿਸਟਮ, ਰਾਜਤੰਤਰ ਸੀ। ਫਿਰ ਉੱਥੇ ਉਹ ਖਤਮ ਹੋ ਗਿਆ, ਲੇਬਰ ਸਿਸਟਮ ਆ ਗਿਆ। ਠੀਕ ਹੈ, ਮਤਲਬ ਜਿਹਨੂੰ ਅਸੀਂ ਬੋਲਦੇ ਹਾਂ ਡਿਕਟੇਟਰਸ਼ਿਪ ਆ ਗਈ ਸੀ ਇੱਕ ਕਿਸਮ ਦੀ, ਖਤਮ ਹੋ ਗਈ। ਫਿਰ ਉੱਥੇ ਅੱਜ ਡੈਮੋਕ੍ਰੇਸੀ ਸਿਸਟਮ ਚੱਲ ਰਿਹਾ ਵਾ। ਠੀਕ ਹੈ, ਬੰਗਲਾਦੇਸ਼ ਹੋ ਗਿਆ, ਪਹਿਲਾਂ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਹੁੰਦੀ ਸੀ, ਅੱਜ ਉੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੈ। ਠੀਕ ਹੈ, ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਕਹਿਣਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਨਾ, टाइम टू टाइम चेंज होती रहती है। ठीक है, चलो लवदीप एक क्वेश्चन है, टेरिटरी का साइज कितना होना चाहिए, कितना होना चाहिए? हाँ जी, हाँ जी, ठीक है। ओके, ਤੁਹਾਡਾ ਆਨਸਰ ਸਹੀ ਸੀਗਾ ਕਿ ਸਾਈਜ਼ ਜਿਹੜਾ ਹੈਗਾ ਮੈਟਰ ਨਹੀਂ ਕਰਦਾ। ਠੀਕ ਹੈ, ਤੇ ਮੈਂ ਇੱਕ ਛੋਟੀ ਜਿਹੀ ਚੀਜ਼ ਹੈ ਜੋ ਕਲੀਅਰ ਕਰਨਾ ਚਾਹੂੰਗੀ। ਡੂੰਘਾਈ ਦੇ ਵਿੱਚ ਮੈਂ ਗੱਲ ਨਹੀਂ ਕੀਤੀ, ਮੈਂ ਬੋਲਦੀ ਹਾਂ ਕਿ 12 ਮੀਲ ਅੱਗੇ ਤੱਕ ਦਾ ਸਮੁੰਦਰ ਦਾ ਇਲਾਕਾ ਸਾਡਾ ਹੈ। ਜਿੱਥੋਂ ਸਾਡਾ ਏਰੀਆ ਸਟਾਰਟ ਹੁੰਦਾ ਹੈ 12 ਮੀਲ ਸਮੁੰਦਰ ਦਾ ਇਲਾਕਾ ਸਾਡਾ ਹੈ। ਡੂੰਘਾਈ ਦੀ ਹਜੇ ਗੱਲ ਨਹੀਂ ਕੀਤੀ ਜਾ ਰਹੀ। ਠੀਕ ਹੈ, ਸੋ ਇਸ ਚੀਜ਼ ਨੂੰ ਲਿਖਣਾ। ਉਸ ਤੋਂ ਬਾਅਦ ਤੁਹਾਡਾ ਆਂਦਾ ਹੈਗਾ ਸੋਵਰੈਨਿਟੀ। ਸੋਵਰੈਨਿਟੀ ਦੇ ਲਈ ਮੈਂ ਕੱਲ ਵੀ ਕਿਹਾ ਸੀ, ਮੈਂ ਅੱਜ ਵੀ ਕਹਿੰਨੀ ਆ, ਇੱਕ ਲਾਈਨ ਜਿਹੜੀ ਹੈਗੀ ਆ ਪੱਲੇ ਬੰਨ ਲਓ, ਫ੍ਰੀ ਫਰੋਮ ਦਾ ਐਕਸਟਰਨਲ ਐਂਡ ਦਾ ਇੰਟਰਨਲ ਕੰਟਰੋਲ। ਠੀਕ ਹੈ, ਪ੍ਰਭੂ ਸੱਤਾ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਫ੍ਰੀ ਹੈਗੇ ਹੋ। ਕਿੱਥੋਂ ਫ੍ਰੀ ਹੈਗੇ ਹੋ? ਇੰਟਰਨਲ ਤੇ ਐਕਸਟਰਨਲ ਕੰਟਰੋਲ ਤੋਂ ਤੁਸੀਂ ਫ੍ਰੀ ਹੈਗੇ ਹੋ। ਪਤਾ ਹੈ 1947 ਦੇ ਵਿੱਚ ਸਾਡੇ ਕੋਲ ਸੋਵਰੈਨਿਟੀ ਨਹੀਂ ਸੀ। 1947 ਤੋਂ ਪਹਿਲਾਂ ਸਾਡੇ ਕੋਲ ਕੋਈ ਸੋਵਰੈਨਿਟੀ ਨਹੀਂ ਸੀ। ਬ੍ਰਿਟਿਸ਼ ਆਏ, ਵਪਾਰ ਕਰਨ ਦੇ ਲਈ ਆਏ, ਸਾਡੇ ਤੇ ਰਾਜ ਕਰਕੇ ਚਲੇ ਗਏ ਇੰਨੇ ਸਾਲ, क्योंकि सोवरेनिटी वर्ड नहीं सी। क्योंकि सोवरेनिटी वर्ड में की बोल रही हूं, फ्री फ्रॉम इंटरनल एंड एक्सटर्नल कंट्रोल, मतलब तुसी किसे दे कंट्रोल दे अंडर नहीं हो। ठीक है, 1947 तो बाद सानू आजादी मिली, 1950 तक साडा कॉन्स्टिट्यूशन बनिया। साडे कॉन्स्टिट्यूशन च लिख दिता गया कि साडा देश हुण सोवरन है। ਹੁਣ ਤੀਸਰੀ ਜਗ੍ਹਾ ਤੋਂ ਕੋਈ ਵੀ ਪਰਸਨ ਆਏਗਾ, ਬੋਲੇਗਾ ਜੀ ਹਾਂ ਤੁਹਾਡੇ ਤੇ ਰਾਜ ਕਰਨਾ ਹੈ ਜਾਂ ਇੱਥੇ ਰਹੇਗਾ, ਸਾਡੇ ਤੇ ਰਾਜ ਕਰਕੇ ਜਾਏਗਾ, ਪੋਸਿਬਿਲਿਟੀ ਨਹੀਂ ਹੈ। ਬਿਕੋਜ਼ ਸਾਡੇ ਕੋਲ ਹੁਣ ਸੋਵਰਨ ਵਰਡ ਹੈ ਜੋ ਪਹਿਲਾਂ ਨਹੀਂ ਸੀ। ਠੀਕ ਹੈ, ਇੱਕ ਸੋਵਰੈਨਿਟੀ ਇਦਾਂ ਦਾ ਵਰਡ ਹੈ ਜਿਹੜਾ, ਇਹਨੂੰ ਵੀ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਲਿਖ ਲਓ। ਫਿਰ ਨਾ ਬੋਲਣਾ ਕਿ ਸੋਵਰੈਨਿਟੀ ਵਰਡ ਕਿੱਥੋਂ ਅਸਮਾਨ ਤੋਂ ਟਪਕ ਕੇ ਆ ਗਿਆ। ਅਸਮਾਨ ਤੋਂ ਨਹੀਂ ਟਪਕਿਆ, ਸਾਡੇ ਇਹੀ ਲੈਸਨ ਦੇ ਵਿੱਚ, ਇਹੀ ਕੁਐਸਚਨ ਦੇ ਵਿੱਚ, ਇਹੀ ਪਾਰਟ ਦੇ ਵਿੱਚ ਹੈਗਾ ਵਾ। ਇਹਦਾ ਮਤਲਬ ਹੈਗਾ ਹੁਣ ਕੋਈ ਵੀ ਸੰਸਥਾ, ਕੋਈ ਵੀ ਇੰਸਟੀਟਿਊਸ਼ਨ, ਕੋਈ ਵੀ ਮਤਲਬ ਬਾਹਰੋਂ ਆਇਆ ਪਰਸਨ ਸਾਡੇ ਕੋਲ ਆਪਣੇ ਰੂਲ ਨਹੀਂ ਬਣਵਾ ਸਕਦਾ, ਕਿਉਂਕਿ ਸਾਡੇ ਆਪਣੇ ਬਣੇ ਰੂਲ ਹੀ ਸਾਡੇ ਤੇ ਚੱਲਣਗੇ। ठीक है, सोवरेनिटी दो तरह की होती है, इंटरनल एंड एक्सटर्नल। ठीक है, इंटरनल सोवरेनिटी का मतलब हैगा वा कहंदे कि स्टेट जेड़ी हैगी आ वो रूल बनाएगी, इंटरनल बेसिस ते बनाएगी। जिदा हुण स्टेट ने रूल बनाए, हुण इंटरनल बेसिस ते बनाएगी, यानी कि साडे बनाए हुए परसन जदों साडे ते रूल बनाणगे, सानू वो रूल एक्सेप्ट करने पैणगे। इहनू कहंदे आ इंटरनल सोवरेनिटी। ठीक है, सो कहंदे कि मतलब अपनी इच्छा दे अकॉर्डिंग असीं इन्हां रूल्स नू एक्सेप्ट करदे हां। ठीक है, ये हैगी आ इंटरनल सोवरेनिटी, मतलब बाहर तो नहीं किसी ने बनाए। ये ह्यूमन बीइंग जेड़े असी हैगे आ, असी होई किसी परसन नू सिलेक्ट कीता, वो परसन ने साडे ते रूल बना ले। ਇਹਦਾ ਮਤਲਬ ਹੈ ਇਹ ਕੀ ਹੈਗੀ ਆ, ਇੰਟਰਨਲ ਸੋਵਰੈਨਿਟੀ। ਹੁਣ ਹੈਗੀ ਐਕਸਟਰਨਲ ਸੋਵਰੈਨਿਟੀ। ਐਕਸਟਰਨਲ ਸੋਵਰੈਨਿਟੀ ਦਾ ਮਤਲਬ ਇਹ ਹੈਗਾ ਵਾ, ਕਹਿੰਦੇ ਕਿ ਜਦੋਂ ਬਾਹਰ ਤੋਂ ਕੋਈ ਹੋਰ ਪਰਸਨ ਰੂਲ ਬਣਾਉਂਦਾ ਹੈ, ਠੀਕ ਹੈ, ਸਾਨੂੰ ਹੁਕਮ ਦਿੰਦਾ ਹੈਗਾ ਵਾ, तो कहंदे कि
ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਅਸੀਂ ਫ੍ਰੀ ਆ। ਹੁਣ ਕੋਈ ਪਰਸਨ ਜਿਹੜਾ ਹੈਗਾ ਰੂਲ ਬਣਾਏਗਾ, ਸਾਨੂੰ ਫੋਲੋ ਕਰਨ ਦੇ ਲਈ ਕਹੇਗਾ, ਤੇ ਜ਼ਰੂਰੀ ਨਹੀਂ ਹੈ ਅਸੀਂ ਉਹਨਾਂ ਰੂਲਸ ਨੂੰ ਫੋਲੋ ਕਰੀਏ। ਜ਼ਰੂਰੀ ਨਹੀਂ ਹੈ, ਨਹੀਂ ਮਤਲਬ ਅਸੀਂ ਕਰਨੇ ਹੀ ਨਹੀਂ ਹੈ, ਕਿਉਂ? ਅਸੀਂ ਫ੍ਰੀ ਆ। ਜਦੋਂ ਇੰਟਰਨਲ ਬੇਸਿਸ ਤੇ ਰੂਲ ਬਣਨਗੇ ਅਸੀਂ ਫੋਲੋ ਕਰਾਂਗੇ, ਜਦੋਂ ਐਕਸਟਰਨਲ ਬੇਸਿਸ ਦੇ ਉੱਤੇ ਰੂਲ ਬਣਨਗੇ ਅਸੀਂ ਫੋਲੋ ਨਹੀਂ ਕਰਾਂਗੇ। ਠੀਕ ਹੈ, ਚਲੋ ਇਹ ਤਾਂ ਹੋ ਗਈ ਤੁਹਾਡੀ ਬੁੱਕ ਦੀ ਲੈਂਗੁਏਜ। ਹੁਣ ਤੁਹਾਨੂੰ ਰਿਐਲਿਟੀ ਮੈਂ ਦੱਸਦੀ ਹਾਂ। ਮੈਂ ਕੀ ਬੋਲਿਆ ਕਿ ਬਾਹਰ ਤੋਂ ਰੂਲ ਬਣਨਗੇ, ਫੋਲੋ ਕਰਨੇ ਜਾਂ ਨਾ ਕਰਨੇ ਤੁਹਾਡੇ ਤੇ ਡਿਪੈਂਡ ਹੈ। ਠੀਕ ਹੈ, ਇਹੀ ਚੀਜ਼ ਬੋਲੀ ਹੈ ਨਾ? ਅਰੇ ਨਹੀਂ, ਇਹ ਤੁਹਾਡੀ ਬੁੱਕ 'ਚ ਹੀ ਲਿਖਿਆ ਹੈ। ਅਸਲੀਅਤ ਦੇ ਵਿੱਚ ਤਾਂ ਅਸੀਂ ਦੂਜੇ ਦੇਸ਼ਾਂ ਦੇ ਨਾਲ ਸੰਧੀਆਂ ਕਰਦੇ ਹਾਂ, ਦੂਜੇ ਦੇਸ਼ਾਂ ਦੇ ਨਾਲ ਸਮਝੌਤੇ ਕਰਦੇ ਹਾਂ, ਕੋਆਪਰੇਟ ਕਰਦੇ ਹਾਂ, ਕੋਆਪਰੇਸ਼ਨ ਕਰਦੇ ਹਾਂ, ਟ੍ਰੀਟੀਜ਼ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ, ਹੈਨਾ? ਤਾਂ ਜਦੋਂ ਦੂਜੇ ਦੇਸ਼ਾਂ ਦੇ ਨਾਲ ਅਸੀਂ ਸੰਧੀਆਂ ਕਰਦੇ ਹਾਂ, ਸਮਝੌਤੇ ਕਰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਦੂਜੇ ਦੇਸ਼ ਵਾਲੇ ਸਾਡੇ ਤੇ ਰੂਲ ਬਣਾਉਂਦੇ ਆ ਤੇ ਅਸੀਂ ਉਸ ਰੂਲ ਨੂੰ ਫੋਲੋ ਵੀ ਕਰਦੇ ਹਾਂ। ਫਿਰ ਮੈਂ ਕਿੱਦਾਂ ਕਹਿ ਦੇਵਾਂ ਕਿ ਅਸੀਂ ਬਾਹਰ ਤੋਂ ਰੂਲ ਨੂੰ ਫੋਲੋ ਨਹੀਂ ਕਰਦੇ? ਠੀਕ ਹੈ, ਚਾਈਨਾ ਦੇ ਨਾਲ ਅਸੀਂ ਸਬੰਧ ਤੋੜੇ, ਕਿਉਂ ਤੋੜੇ? ਕਿਉਂਕਿ ਚਾਈਨਾ ਵਾਲਿਆਂ ਨੇ ਸਾਡੇ ਬੰਦੇ ਮਰਵਾ ਦਿੱਤੇ, ਸਾਡੀ ਆਰਮੀ ਮਰਵਾ ਦਿੱਤੀ, ਹੈਨਾ? ਤਾਂ ਅਸੀਂ ਕੀ ਕੀਤਾ? ਪਹਿਲਾਂ ਤਾਂ ਚਾਈਨਾ ਵਾਲਿਆਂ ਦੇ ਨਾਲ ਬਹੁਤ ਕੋਆਪਰੇਟ ਕਰ ਰਹੇ ਸੀ ਜੀ, ਚਾਈਨਾ ਦੇ ਅਸੀਂ ਐਪ ਚਲਾ ਰਹੇ ਸੀ, ਚਾਈਨਾ ਨੂੰ ਫੁੱਲ ਸਪੋਰਟ ਦੇ ਰਹੇ ਸੀ। ਠੀਕ ਹੈ, ਹੁਣ ਅਸੀਂ ਕੀ ਕਰਤੇ? ਰਿਲੇਸ਼ਨ ਤੋੜਤੇ। ਠੀਕ ਹੈ, ਹੁਣ ਅਸੀਂ ਉਹਨਾਂ ਦੀ ਕੋਈ ਰੂਲ ਨਹੀਂ ਮੰਨ ਰਹੇ। ਜਦੋਂ ਅਸੀਂ ਕਿਸੇ ਦੂਜੇ ਦੇਸ਼ਾਂ ਨਾਲ ਸੰਧੀਆਂ ਸਮਝੌਤੇ ਕਰਦੇ ਆ ਨਾ, ਤੇ ਉਹਨਾਂ ਦੇ ਰੂਲ ਵੀ ਮੰਨਣੇ ਪੈਂਦੇ ਨੇ। ਚਲੋ ਇਹ ਤੁਹਾਡੀ ਜਸਟ ਇੱਕ ਬੁੱਕ ਵਾਲੀ ਲੈਂਗੁਏਜ ਹੈਗੀ ਆ। ਠੀਕ ਹੈ, ਲੇਕਿਨ ਅਸੀਂ ਹਾਂ ਕਿਸੇ ਚੀਜ਼ ਨਾਲ ਬੱਝੇ ਹੋਏ ਨਹੀਂ ਹੁੰਦੇ। ਤੁਹਾਡੀ ਬੁੱਕ ਦੀ ਲੈਂਗੁਏਜ ਤੇ ਆ ਜਾਂਦੇ ਹਾਂ ਕਿ ਅਸੀਂ ਕਿਸੇ ਚੀਜ਼ ਦੇ ਨਾਲ ਨਾ ਬੱਝੇ ਹੋਏ ਨਹੀਂ ਹੁੰਦੇ, ਸਾਡੇ ਉੱਤੇ ਡਿਪੈਂਡ ਕਰਦਾ ਹੈ ਅਸੀਂ ਮੰਨਣੇ ਆ ਰੂਲ ਕਿ ਨਹੀਂ ਮੰਨਣੇ। ਠੀਕ ਹੈ, ਚਲੋ ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਵਾ ਅੱਜ ਦੇ ਟੌਪਿਕ ਦੇ ਵਿੱਚ ਜਸਟ ਅਸੀਂ ਇੰਨਾ ਹੀ ਕਰਦੇ ਹੈਗੇ ਆ। ਉਮੀਦ ਹੈ ਅੱਜ ਦਾ ਜਿਹੜਾ ਟੌਪਿਕ ਹੈਗਾ ਵਾ ਉਹ ਤੁਹਾਨੂੰ ਸਮਝ ਆ ਗਿਆ ਹੋਊਗਾ। ਠੀਕ ਹੈ, ਜਿਹੜਾ ਇਹਦਾ ਇੱਕ ਛੋਟਾ ਜਿਹਾ ਤੇ ਨੈਕਸਟ ਪੋਰਸ਼ਨ ਰਹਿੰਦਾ ਹੈਗਾ ਉਹ ਅਸੀਂ ਟੌਪਿਕ ਦੇ ਵਿੱਚ ਕੱਲ ਕਰਾਂਗੇ।